ਭਾਰਤ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਐਸਜੀਪੀਸੀ ਦੀ ਮਨਜ਼ੂਰੀ ਤੋਂ ਬਿਨਾ, ਉਹਨਾਂ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਕਾਨੂੰਨ ਜਿਹੜਾ ਉਹਦੇ ਚ ਕੋਈ ਛੇੜਛਾੜ ਨਹੀਂ ਕਰੇਗੀ। ਇਹ ਇਤਿਹਾਸ ਬੋਲਦਾ ਵਾ। ਔਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਈਵਨ 1960 ਤੋਂ ਬਾਅਦ, ਇਸ ਪੈਕਟ ਤੋਂ ਬਾਅਦ ਚੋਣ ਵੀ ਲੜੀ। ਇੱਕ ਸਾਧ ਸੰਗਤ ਬੋਰਡ ਬਣਾਤਾ ਉਸ ਵਕਤ ਦੀ ਕਾਂਗਰਸ ਪਾਰਟੀ ਨੇ, ਤੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਤੋਂ ਐਸਜੀਪੀਸੀ ਖੋਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਿਰਫ 4 ਮੈਂਬਰ ਉਹਨਾਂ ਦੇ ਜਿੱਤੇ ਸਾਧ ਸੰਗਤ ਬੋਰਡ ਦੇ, ਇੱਕ ਕਮਿਊਨਿਸਟ ਮੈਂਬਰ ਜਿੱਤਿਆ, ਤੇ ਸ਼ਾਇਦ 134 ਮੈਂਬਰ ਜਿਹੜੇ ਸੀ ਉਸ ਵਕਤ ਮਾਸਟਰ ਤਾਰਾ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ। ਤੇ ਭਗਵੰਤ ਮਾਨ ਹੁਣ ਉਹਦੀ ਕੋਸ਼ਿਸ਼ ਆ ਕਿ ਉਹੀ ਸਾਧ ਸੰਗਤ ਬੋਰਡ ਬਣਾ ਕੇ ਚੋਰ ਦਰਵਾਜ਼ੇ ਰਾਹੀਂ ਐਸਜੀਪੀਸੀ, ਕਿਉਂਕਿ ਐਸਜੀਪੀਸੀ ਕੋਲ ਬੇਤਹਾਸ਼ਾ ਬਜਟ ਹੈ, ਬੇਤਹਾਸ਼ਾ ਗੁਰਦੁਆਰਾ ਸਾਹਿਬ ਤੇ ਬੇਤਹਾਸ਼ਾ ਸਾਡੇ ਕੋਲ ਜਿਹੜੇ ਐਜੂਕੇਸ਼ਨ ਤੇ ਹੈਲਥ ਕੇਅਰ ਦੇ ਇੰਸਟੀਟਿਊਸ਼ਨਸ ਨੇ। ਇਹਨਾਂ ਨੂੰ ਕਿਸੇ ਨੇ ਕਹਿਤਾ ਕਿ ਹੁਣ ਸਾਰੀ ਪੇੜ ਖਾਲੀ ਆ ਕਿਉਂਕਿ ਬਾਦਲ ਪਰਿਵਾਰ ਜਿਹੜਾ ਬਦਨਾਮ ਹੋ ਚੁੱਕਾ ਵਾ, ਤੇ ਆਓ ਆਪਾਂ ਪੰਥਕ ਪੋਲਿਟਿਕਸ ਤੇ ਵੀ ਕਾਬਜ਼ ਹੋ ਸਕਦੇ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਜਿਹੜਾ ਐਸਜੀਪੀਸੀ ਉੱਤੇ ਹਮਲਾ ਕਰਨ ਜਾ ਰਹੀ ਹੈ ਭਗਵੰਤ ਮਾਨ ਤੇ ਕੇਜਰੀਵਾਲ ਦੀ ਪਾਰਟੀ, ਉਹਦੇ ਬਾਰੇ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ। ਮੇਰੇ ਤੋਂ ਪਹਿਲਾਂ 2-3 ਦਿਨ ਪਹਿਲਾਂ ਫੁਲਕਾ ਸਾਹਿਬ ਨੇ ਬਹੁਤ ਅੱਛੇ ਤਰੀਕੇ ਨਾਲ ਦਲੀਲ ਦੇ ਕੇ ਸਾਰੇ ਸਿੱਖ ਜਗਤ ਨੂੰ ਤੱਥਾਂ ਦੇ ਆਧਾਰ ਦੇ ਉੱਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦੇ ਮਨਸੂਬੇ ਕੀ ਨੇ। ਦੇਖੋ, ਗੱਲ ਇਹ ਆ ਕਿ ਸਾਡੇ ਬਾਦਲ ਪਰਿਵਾਰ ਦੇ ਨਾਲ 100 ਵਾਰ ਪੋਲੀਟੀਕਲ ਡਿਫਰੈਂਸਸ ਹੋ ਸਕਦੇ ਨੇ, ਔਰ ਇਹ ਵੀ ਕਾਫੀ ਹੱਦ ਤੱਕ ਠੀਕ ਮੰਨਿਆ ਜਾ ਸਕਦਾ ਕਿ ਐਸਜੀਪੀਸੀ ਔਰ ਅਕਾਲ ਤਖਤ ਸਾਹਿਬ ਨੂੰ ਵਰਗੇ ਜਿਹੜੇ ਪ੍ਰੀਮੀਅਰ ਇੰਸਟੀਟਿਊਸ਼ਨਸ ਨੇ, ਉਹਨਾਂ ਨੇ ਪਿਛਲੇ ਕੁਝ ਦਹਾਕਿਆਂ ਤੋਂ ਉਹਨਾਂ ਦੀ ਦੁਰਵਰਤੋਂ ਕੀਤੀ। ਪਰ ਯਾਦ ਰਹੇ ਕਿ ਐਸਜੀਪੀਸੀ ਵਾਹਦ ਇੱਕ ਸਿੱਖਾਂ ਦੀ ਇਲੈਕਟਿਡ ਬਾਡੀ ਆ ਜਿਹੜੀ ਕਿ ਬਹੁਤ ਘਾਲਣਾਵਾਂ ਤੋਂ ਬਾਅਦ, ਬੜੇ ਜੱਦੋ-ਜਹਿਦ ਤੋਂ ਬਾਅਦ, ਬੜੇ ਮੋਰਚੇ ਲਾ ਕੇ, ਨਨਕਾਣਾ ਸਾਹਿਬ ਦਾ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਉਸ ਵਕਤ ਦੇ ਮਹੰਤਾਂ ਤੇ ਮਸੰਦਾਂ ਨੂੰ ਗੁਰਦੁਆਰਿਆਂ ਚੋਂ ਕੱਢ ਕੇ ਸਿੱਖਾਂ ਨੇ ਬੜੀ ਮੁਸ਼ਕਲ ਦੇ ਨਾਲ ਜਿਹੜਾ ਸੀਗਾ ਗੁਰਦੁਆਰਾ ਐਕਟ ਹਾਸਲ ਕੀਤਾ। ਸਿੱਖ ਗੁਰਦੁਆਰਾ ਐਕਟ 1925 ਲਗਭਗ 100 ਸਾਲ ਪੁਰਾਣੀ ਸਾਡੀ ਇਹ ਸੰਸਥਾ ਹੈ ਔਰ ਚੁਣੀ ਹੋਈ ਸੰਸਥਾ ਵਾ। ਠੀਕ ਹੈ, ਅੱਜ ਉਹਨਾਂ ਦੇ ਅਧੀਨ ਚੱਲ ਰਹੀ ਆ। ਕੱਲ ਨੂੰ ਇਹ ਸੰਸਥਾ ਬਿਲਕੁਲ ਕਾਬਿਲ, ਪੜ੍ਹੇ ਲਿਖੇ, ਇੰਟੈਲੈਕਚੁਅਲ ਔਰ ਆਜ਼ਾਦ ਸਿੱਖਾਂ ਦੇ ਹੱਥ ਵਿੱਚ ਵੀ ਆ ਸਕਦੀ ਹੈ, ਔਰ ਇਹਦਾ ਜਿਹੜਾ ਹੈ ਬਹੁਤ ਵੱਡਾ ਮਨੁੱਖਤਾ ਦੀ ਸੇਵਾ ਦਾ ਕਾਰਨ ਹੈਗਾ ਵਾ। ਔਰ ਜਿਹੜਾ ਭਗਵੰਤ ਮਾਨ ਨੇ ਆਪਣੀ ਬਰੂਟ ਮੈਜੋਰਿਟੀ 92 ਬੰਦਿਆਂ ਦੀ ਜਿਹੜੀ ਬੰਧੂਆ ਮਜ਼ਦੂਰਾਂ ਦੀ ਫੌਜ ਆ, ਉਹਦਾ ਦੁਰਉਪਯੋਗ ਕਰਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਇਹਦੇ ਚ ਅਮੈਂਡਮੈਂਟਸ ਕੀਤੀਆਂ ਨੇ। ਬਹਾਨਾ ਬਣਾਇਆ ਵਾ ਗੁਰਬਾਣੀ ਦਾ ਕਿ ਅਖੇ ਸਾਰਿਆਂ ਤੱਕ ਨਹੀਂ ਪਹੁੰਚ ਰਹੀ, ਔਰ ਗੁਰਬਾਣੀ ਦੀ ਆੜ ਵਿੱਚ ਉਹ ਇਸ ਸੰਸਥਾ ਤੇ, ਸਾਡੀ ਸਿਰਮੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਹੀ ਮਾਇਨਿਆਂ ਵਿੱਚ ਕਾਬਜ਼ ਹੋਣਾ ਚਾਹੁੰਦੇ ਨੇ ਚੋਰ ਦਰਵਾਜ਼ੇ ਰਾਹੀਂ। ਪਰ ਸ਼ਾਇਦ ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਿਆ। ਅਗਰ ਆਪਾਂ ਚੱਲੀਏ ਵਾਪਸ ਐਗਜ਼ੈਕਟਲੀ 1959 ਦੇ ਵਿੱਚ ਜਨਵਰੀ ਦੇ ਵਿੱਚ ਬਿਲਕੁਲ ਇਸੇ ਤਰੀਕੇ ਨਾਲ ਸਰਦਾਰ ਪ੍ਰਤਾਪ ਸਿੰਘ ਕੈਰੋਂ ਜਿਹੜੇ ਮੁੱਖ ਮੰਤਰੀ ਸੀ, ਉਹਨਾਂ ਨੇ ਵੀ ਇੱਛਾ ਜਤਾਈ ਕਿ ਇੱਕ ਵਾਰ ਆਪਾਂ ਕਿਸੇ ਤਰੀਕੇ ਤੇ ਐਸਜੀਪੀਸੀ ਤੇ ਕਾਬਜ਼ ਹੋ ਜਾਈਏ ਤਾਂ ਕਿ ਅਕਾਲੀ ਦਲ ਨੂੰ ਡਿਸਲੌਜ ਕੀਤਾ ਜਾ ਸਕੇ, ਕਿਉਂਕਿ ਜਦ ਤੱਕ ਐਸਜੀਪੀਸੀ ਤੁਹਾਡੇ ਕੋਲ ਨਹੀਂ ਗਈ ਉਹਨਾਂ ਨੂੰ ਐ ਲੱਗਦਾ ਕਿ ਪੰਥਕ ਪੋਲਿਟਿਕਸ ਤੇ ਹਾਵੀ ਨਹੀਂ ਹੋ ਸਕਦੇ। ਉਹਨਾਂ ਨੇ ਵੀ ਇਦਾਂ ਹੀ ਪੰਜਾਬ ਦੀ ਵਿਧਾਨ ਸਭਾ ਬੁਲਾ ਕੇ ਤੇ ਇੱਕ ਮਤਾ ਪਾਸ ਕਰਕੇ ਅਮੈਂਡਮੈਂਟ ਕਰ ਦਿੱਤੀ ਉਸ ਵਕਤ ਦੇ ਐਕਟ ਵਿੱਚ। ਹਾਲਾਂਕਿ ਉਦੋਂ ਇਹ ਇਕੱਲਾ ਪੰਜਾਬ ਦਾ ਐਕਟ ਸੀਗਾ, ਇੰਟਰਸਟੇਟ ਐਕਟ ਨਹੀਂ ਸੀਗਾ। ਤਾਂ ਬੜਾ ਸ਼ੋਰ ਮੱਚਿਆ। ਮਾਸਟਰ ਤਾਰਾ ਸਿੰਘ ਜੀ ਇੱਕ ਬੜੇ ਸਾਦੇ ਜਿਹੇ ਸਿੱਖ ਸੀਗੇ, ਉਹਨਾਂ ਨੇ ਉਹ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਬੜਾ ਐਲਾਨ ਕੀਤਾ ਐਜੀਟੇਸ਼ਨ ਦਾ, ਔਰ ਦਿੱਲੀ ਵਿੱਚ ਬਹੁਤ ਵੱਡਾ ਇਕੱਠ ਵੀ ਹੋਇਆ 1959 ਦੇ ਵਿੱਚ। ਅਲਟੀਮੇਟਲੀ ਬਿਲਕੁਲ 1960 ਦੇ ਸ਼ੁਰੂਆਤ ਵਿੱਚ ਉਸ ਵਕਤ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਮਾਸਟਰ ਤਾਰਾ ਸਿੰਘ ਹੋਣਾ ਨੂੰ ਇੱਕ ਚਾਹ ਦੇ ਕੱਪ ਤੇ ਬੁਲਾ ਕੇ ਮੀਟਿੰਗ ਤੇ ਸੱਦਿਆ, ਔਰ ਉੱਥੇ ਇਹ ਅੰਡਰਸਟੈਂਡਿੰਗ ਕੀਤੀ ਕਿ ਅੱਗੇ ਤੋਂ ਭਾਰਤ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਐਸਜੀਪੀਸੀ ਦੀ ਮਨਜ਼ੂਰੀ ਤੋਂ ਬਿਨਾ, ਉਹਨਾਂ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਕਾਨੂੰਨ ਜਿਹੜਾ ਉਹਦੇ ਚ ਕੋਈ ਛੇੜਛਾੜ ਨਹੀਂ ਕਰੇਗੀ। ਇਹ ਇਤਿਹਾਸ ਬੋਲਦਾ ਵਾ। ਔਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਈਵਨ 1960 ਤੋਂ ਬਾਅਦ, ਇਸ ਪੈਕਟ ਤੋਂ ਬਾਅਦ ਚੋਣ ਵੀ ਲੜੀ। ਇੱਕ ਸਾਧ ਸੰਗਤ ਬੋਰਡ ਬਣਾਤਾ ਉਸ ਵਕਤ ਦੀ ਕਾਂਗਰਸ ਪਾਰਟੀ ਨੇ, ਤੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਤੋਂ ਐਸਜੀਪੀਸੀ ਖੋਣ ਦੀ ਕੋਸ਼ਿਸ਼ ਕੀਤੀ, ਲੇਕਿਨ ਸਿਰਫ 4 ਮੈਂਬਰ ਉਹਨਾਂ ਦੇ ਜਿੱਤੇ ਸਾਧ ਸੰਗਤ ਬੋਰਡ ਦੇ, ਇੱਕ ਕਮਿਊਨਿਸਟ ਮੈਂਬਰ ਜਿੱਤਿਆ, ਤੇ ਸ਼ਾਇਦ 134 ਮੈਂਬਰਸ ਜਿਹੜੇ ਸੀ ਉਸ ਵਕਤ
ਮਾਸਟਰ ਤਾਰਾ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਤੇ ਭਗਵੰਤ ਮਾਨ ਹੁਣ ਉਹਦੀ ਕੋਸ਼ਿਸ਼ ਆ ਕਿ ਉਹੀ ਸਾਧ ਸੰਗਤ ਬੋਰਡ ਬਣਾ ਕੇ ਚੋਰ ਦਰਵਾਜ਼ੇ ਰਾਹੀਂ ਐਸਜੀਪੀਸੀ, ਕਿਉਂਕਿ ਐਸਜੀਪੀਸੀ ਕੋਲ ਬੇਤਹਾਸ਼ਾ ਬਜਟ ਹੈ, ਬੇਤਹਾਸ਼ਾ ਗੁਰਦੁਆਰਾ ਸਾਹਿਬ ਤੇ ਬੇਤਹਾਸ਼ਾ ਸਾਡੇ ਕੋਲ ਜਿਹੜੇ ਐਜੂਕੇਸ਼ਨ ਤੇ ਹੈਲਥ ਕੇਅਰ ਦੇ ਇੰਸਟੀਟਿਊਸ਼ਨਸ ਨੇ। ਇਹਨਾਂ ਨੂੰ ਕਿਸੇ ਨੇ ਕਹਿਤਾ ਕਿ ਹੁਣ ਸਾਰੀ ਪੇੜ ਖਾਲੀ ਆ ਕਿਉਂਕਿ ਬਾਦਲ ਪਰਿਵਾਰ ਜਿਹੜਾ ਬਦਨਾਮ ਹੋ ਚੁੱਕਾ ਵਾ, ਤੇ ਆਓ ਆਪਾਂ ਪੰਥਕ ਪੋਲਿਟਿਕਸ ਤੇ ਵੀ ਕਾਬਜ਼ ਹੋ ਸਕਦੇ। ਪਰ ਯਾਦ ਰਹੇ ਕਿ ਭਗਵੰਤ ਮਾਨ ਇੱਕ ਚਲੋ ਪਤਿਤ ਸਿੱਖ ਤਾਂ ਹੈ ਹੀ ਆ, ਇਹਦੇ ਸਿਰ ਤੇ ਵੀ ਕੇਸ ਨਹੀਂਗੇ ਪੱਗ ਦਸਤਾਰ ਦੇ ਥੱਲੇ, ਇਹ ਆਪਣੇ ਨਾਮ ਦੇ ਨਾਲ ਸਿੰਘ ਵੀ ਨਹੀਂ ਲਿਖਦਾ। ਅੱਜ ਤੱਕ ਇਹਨੇ ਪੰਜਾਬ ਦੇ ਰਾਜਨੀਤਿਕ ਮਾਹੌਲ ਵਿੱਚ, ਅਸੀਂ ਸਭ ਦੀ ਇੱਜ਼ਤ ਕਰਦੇ ਬਾਬਾ ਸਾਹਿਬ ਅੰਬੇਦਕਰ, ਹਾਲਾਂਕਿ ਉਹਦੇ ਕਾਨੂੰਨ ਨੂੰ ਵੀ ਚਿੱਕੇ ਤੇ ਟੰਗਿਆ, ਸ਼ਹੀਦ ਭਗਤ ਸਿੰਘ, ਉਹਨਾਂ ਦੀਆਂ ਫੋਟੋਆਂ ਲੱਗੀਆਂ ਨਾ ਸਾਰੇ ਪੰਜਾਬ ਦੇ ਉੱਤੇ, ਲੇਕਿਨ ਕੀ ਕਹਿੰਦੇ ਹੁੰਦੇ ਆ, ਪੰਜਾਬ ਵਸਦਾ ਗੁਰਾਂ ਦੇ ਨਾਮ ਤੇ। ਉਹਦੀ ਅੱਜ ਤੱਕ ਕਦੀ ਇਹਨੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਜਿਹਨੇ ਪੰਜਾਬ ਨੂੰ ਸਥਾਪਿਤ ਕੀਤਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਵੱਡਮੁੱਲੀਆਂ ਸਰਬੰਸਦਾਨੀ ਕੁਰਬਾਨੀਆਂ, ਛੋਟੇ ਛੋਟੇ ਸਾਹਿਬਜ਼ਾਦੇ ਦੀਆਂ, 9ਵੇਂ ਪਾਤਸ਼ਾਹ ਦੀਆਂ, ਬਾਬਾ ਬੰਦਾ ਸਿੰਘ ਬਹਾਦਰ ਦਾ ਅਤੇ ਅਨੇਕਾਂ ਇਸ ਤਰ੍ਹਾਂ ਦਾ ਇਤਿਹਾਸ, ਸਾਡੇ ਸਾਰੇ ਫਕੀਰਾਂ ਦੀ ਸਭ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਜੀ, ਜਿਸ ਫਲਸਫੇ ਦੇ ਕਰਕੇ ਅੱਜ ਪੰਜਾਬ ਇਸ ਸ਼ਕਲ 'ਚ। ਵੈਸੇ ਤਾਂ ਪੁਰਾਣਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ, ਜੇ ਆਪਾਂ ਉਸ ਨੂੰ ਦੇਖੀਏ, ਉਸ ਵਕਤ ਦਾ ਨਕਸ਼ਾ ਕੱਢ ਕੇ ਦੇਖੋ ਤੁਸੀਂ, ਜੋ ਪਾਕਿਸਤਾਨ ਜੁਆਇੰਟ ਔਰ ਅੱਜ ਦਾ ਪੰਜਾਬ ਔਰ ਅਫਗਾਨਿਸਤਾਨ ਤੱਕ ਸਾਡੇ ਜਿਹੜੇ ਬਹਾਦਰ ਜਰਨੈਲ ਪਹੁੰਚੇ, ਔਰ ਬਹੁਤ ਵੱਡਾ ਹਿੱਸਾ ਸਾਰਾ ਜੰਮੂ ਕਸ਼ਮੀਰ, ਕਾਂਗੜਾ ਵਗੈਰਾ ਸਾਰਾ ਜਿਹੜਾ ਉਹਦੇ ਰਾਜ ਦਾ ਹਿੱਸਾ ਸੀਗਾ, ਉਹ ਅੱਧਾ ਭਾਰਤ ਸੀਗਾ। ਇਹ ਕਿੱਦਾਂ ਕਾਇਮ ਹੋ ਗਿਆ ਉਦੋਂ? ਇਹ ਗੁਰੂ ਨਾਨਕ ਸਾਹਿਬ ਦੇ ਤੇ ਉਹਨਾਂ ਦੇ ਫਲਸਫੇ ਦਾ। ਤੁਸੀਂ ਉਹਨਾਂ ਦਾ ਜ਼ਿਕਰ ਤਾਂ ਕਦੀ ਕੀਤਾ ਨਹੀਂ ਹੈ, ਤੁਸੀਂ ਤਾਂ ਇਨਕਲਾਬ ਦੇ ਨਾਰੇ ਲਾਉਨੇ ਹੋ ਔਰ ਇੱਕ ਕਿਸਮ ਦੀ ਕਾਮਰੇਡੀ ਸੋਚ ਰੱਖਦੇ ਹੋ। ਘੱਟੋ ਘੱਟ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਐਸਜੀਪੀਸੀ, ਉਹਨੂੰ ਤਾਂ ਬਖਸ਼ ਦਿਓ, ਉੱਥੇ ਤੱਕ ਤਾਂ ਪਹੁੰਚਣ ਦੀ ਕੋਸ਼ਿਸ਼ ਨਾ ਕਰੋ। ਮੈਂ ਫਿਰ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਕੋਈ ਇੰਟਰਸਟ ਨਹੀਂਗਾ, ਪਰ ਇੱਕ ਸਧਾਰਨ ਸਿੱਖ ਵਜੋਂ, ਇੱਕ ਮਾੜੇ ਕਮਜ਼ੋਰ ਸਿੱਖ ਵਜੋਂ ਮੈਂ ਸਾਰੇ ਵਿਸ਼ਵ ਵਿੱਚ ਬੈਠੇ ਸਿੱਖਾਂ ਨੂੰ ਕਹਿਣਾ ਚਾਹੁੰਦਾ, ਇਹ ਗੱਲ ਗੁਰਬਾਣੀ ਦੀ ਨਹੀਂਗੀ, ਇਹ ਗੱਲ ਹੈ ਐਸਜੀਪੀਸੀ ਦੇ ਉੱਤੇ ਕਾਬਜ਼ ਹੋਣ ਦੀ ਔਰ ਪੰਥਕ ਪੋਲਿਟਿਕਸ ਦੇ ਉੱਤੇ ਕਾਬਜ਼ ਹੋਣ ਦੀ। ਕਿਉਂਕਿ ਜਿਹੜਾ ਐਲਾਨ ਕਰ ਰਿਹਾ ਸੀ 20 ਸਾਲ ਪਤਾ ਨਹੀਂ 50 ਸਾਲ ਰਾਜ ਕਰਨਾ, ਇਦਾਂ ਦੇ ਕਈ ਐਲਾਨ ਪਹਿਲਾਂ ਹੋਏ ਫਰਜ਼ੀ, ਤੇ ਕਈ ਐਲਾਨ ਅੱਜ ਉਹ ਜਿਹੜੇ ਐਲਾਨ ਕਰਨ ਵਾਲੇ ਸੀਗੇ ਉਹ 2-3 ਸੀਟਾਂ ਤੇ ਨੇ। ਇਹਨਾਂ ਦਾ ਹਸ਼ਰ ਵੀ ਉਹੀ ਹੋਣਾ ਵਾ। ਪਰ ਮੈਂ ਸਿੱਖਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਬਾਕੀ ਸਭ ਕੁਝ ਅਸੀਂ ਟੋਲਰੇਟ ਕਰ ਸਕਦੇ ਹਾਂ, ਪਰੰਤੂ ਇਦਾਂ ਦੇ ਫਰਜ਼ੀ ਇਨਕਲਾਬੀਆਂ ਦੀ ਮੁਦਾਖਲਤ ਸਾਡੇ ਧਰਮ ਦੇ ਵਿੱਚ ਹੋਵੇ, ਕੱਲ ਨੂੰ ਇਹ ਐਸਜੀਪੀਸੀ ਚਲਾਉਣ, ਕੱਲ ਨੂੰ ਅਰਵਿੰਦ ਕੇਜਰੀਵਾਲ ਫੈਸਲਾ ਕਰੇ, ਉਹਦੇ ਲਿਫਾਫੇ ਵਿੱਚੋਂ ਐਸਜੀਪੀਸੀ ਦਾ ਪ੍ਰੈਜ਼ੀਡੈਂਟ ਨਿਕਲੇ, ਦਿਸ ਇਜ਼ ਐਬਸੋਲੂਟਲੀ ਅਨਐਕਸੈਪਟੇਬਲ। ਮੈਂ ਉਮੀਦ ਕਰਦਾ ਕਿ ਦੁਨੀਆ ਭਰ 'ਚ ਬੈਠੇ ਸਿੱਖ ਜਿਹੜੇ ਨੇ, ਚਾਹੇ ਉਹ ਕਿਸੇ ਪਾਰਟੀ ਨਾਲ ਕਨੈਕਟਡ ਨੇ, ਕਿਸੇ ਧਿਰ ਨਾਲ ਕਨੈਕਟਡ ਨੇ, ਪਲੀਜ਼ ਰਾਈਜ਼ ਅਬਵ ਯੋਰ ਪਾਰਟੀਜ਼ਨ ਪੋਲਿਟਿਕਸ ਐਂਡ ਅਪੋਜ਼ ਦਿਸ ਮੂਵ ਟੁੱਥ ਐਂਡ ਨੀਲ। ਇਹਦਾ ਜਿੰਨਾ ਕਰੜਾ ਵਿਰੋਧ ਹੋ ਸਕਦਾ ਹੈ, ਅਗਰ ਐਸਜੀਪੀਸੀ ਅੱਜ ਸਾਡੀ ਕੋਈ, ਉਹਨਾਂ ਨੇ ਕੱਲ ਜਨਰਲ ਹਾਊਸ ਦਾ ਇਜਲਾਸ ਸੱਦਿਆ, ਉਹਨਾਂ ਨੇ ਇਸ ਅਮੈਂਡਮੈਂਟ ਨੂੰ ਰਿਜੈਕਟ ਕਰ ਦਿੱਤਾ ਹੈ। ਤੇ ਜੇ ਤੁਸੀਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਕਦਰ ਸਮਝਦੇ ਹੋ, ਉਸ ਵਕਤ ਦੇ 1960 ਵਿੱਚ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ ਕਿ ਐਸਜੀਪੀਸੀ ਦੀ ਪ੍ਰਵਾਨਗੀ ਤੋਂ ਬਗੈਰ ਕੋਈ ਕਾਨੂੰਨ ਨਹੀਂ ਬਣਾ ਸਕਦੇ, ਤਾਂ ਇਹ ਕਾਨੂੰਨ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ, ਨਹੀਂ ਤਾਂ ਇਹਦਾ ਜੰਮ ਕੇ ਤੇ ਡਟ ਕੇ ਵਿਰੋਧ ਕਰਾਂਗੇ। ਅੱਜ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।